ਮੈਂ ਇੱਕ ਹੁਣ ਸੀਰੀਜ਼ ਸ਼ੁਰੂ ਕਰਨ ਜਾ ਰਿਹਾ ਜਿਸ ਦੇ ਵਿੱਚ NRI ਦੇ ਬਾਰੇ ਕੀ ਕਾਨੂੰਨ ਨੇ ਵੱਖ-ਵੱਖ ਤਰ੍ਹਾਂ ਦੇ ਉਹ ਤੁਹਾਡੇ ਨਾਲ ਡਿਸਕਸ ਕਰਿਆ ਕਰਾਂਗਾ। ਸਭ ਨਾਲੋਂ ਪਹਿਲੀ ਵੀਡੀਓ ਦੇ ਵਿੱਚ ਮੈਂ ਅੱਜ ਤੁਹਾਡੇ ਨਾਲ ਡਿਸਕਸ ਕਰਨ ਜਾ ਰਿਹਾ ਕਿ NRI ਔਰ PIO ਦੇ ਇੰਡੀਅਨ ਭਾਰਤੀ ਕਾਨੂੰਨ ਅਨੁਸਾਰ ਕੀ ਹੱਕ ਨੇ ਜ਼ਮੀਨ ਖਰੀਦਣ ਦੇ। ਜ਼ਮੀਨ ਇੱਥੇ ਮੈਂ ਗੱਲ ਕਰ ਰਿਹਾ ਅਚਲ ਜ਼ਮੀਨ। ਅਚਲ ਮੀਨਸ ਇਮੂਵੇਬਲ ਪ੍ਰਾਪਰਟੀ ਨੂੰ ਖਰੀਦਣ ਦੇ ਅਤੇ ਵੇਚਣ ਦੇ ਕੀ ਹਕੂਕ ਨੇ ਔਰ ਕਿਹੜੀ ਜ਼ਮੀਨ ਉਹ ਵੇਚ ਸਕਦੇ ਨੇ, ਕਿਹੜੀ ਜ਼ਮੀਨ ਉਹ ਖਰੀਦ ਸਕਦੇ ਨੇ ਔਰ ਉਸ ਦੇ ਲਈ ਕਿਹੜਾ ਪੈਸਾ ਕਿੱਥੋਂ ਆਏਗਾ ਤਾਂ ਕਿ ਉਹ ਕਾਨੂੰਨ ਅਨੁਸਾਰ ਸਹੀ ਹੋਵੇ। ਇਸ ਬਾਰੇ ਮੈਂ ਤੁਹਾਡੇ ਨਾਲ ਅੱਜ ਪੂਰੀ ਡਿਟੇਲ ਦੇ ਵਿੱਚ ਡਿਸਕਸ ਕਰਾਂਗਾ। ਪਰ ਉਸ ਕਾਨੂੰਨ ਬਾਰੇ ਜਾਣਨ ਤੋਂ ਪਹਿਲਾਂ ਆਪਾਂ ਨੂੰ ਇਹ ਸਮਝਣਾ ਪਏਗਾ ਵੀ ਨਾਨ ਰੈਜ਼ੀਡੈਂਟ ਇੰਡੀਅਨ ਦੀ ਡੈਫੀਨੇਸ਼ਨ ਕੀ ਹੈ ਔਰ ਪਰਸਨਸ ਆਫ ਇੰਡੀਅਨ ਓਰੀਜਨ ਦੀ ਡੈਫੀਨੇਸ਼ਨ ਇਹਨਾਂ ਕਾਨੂੰਨਾਂ ਤਹਿਤ ਕੀ ਹੈ। ਇਹ ਕਾਨੂੰਨ ਕਿਹੜੇ ਨੇ? ਇਹ ਹੈਗਾ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ ਔਰ ਉਸ ਐਕਟ ਦੇ ਤਹਿਤ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਸਮੇਂ-ਸਮੇਂ ਤੇ ਮਾਸਟਰ ਸਰਕੂਲਰਸ ਦਾ ਇਸ਼ੂ ਕਰਨਾ। ਹੁਣ ਨਾਨ ਰੈਜ਼ੀਡੈਂਟ ਇੰਡੀਅਨ ਦੀ ਜਿਹੜੀ ਇਸ ਕਾਨੂੰਨ ਤਹਿਤ ਡੈਫੀਨੇਸ਼ਨ ਹੈ ਉਹ ਇਹ ਹੈ ਕਿ ਜਿਹੜਾ ਇੰਡੀਅਨ ਸਿਟੀਜ਼ਨ ਹੈ ਬਟ ਰੈਜ਼ੀਡੈਂਟ ਆਊਟਸਾਈਡ ਇੰਡੀਆ ਹੈ, ਭਾਵ ਉਹ ਅਜੇ ਇੰਡੀਅਨ ਸਿਟੀਜ਼ਨ ਤਾਂ ਹੈਗਾ ਬਟ ਉਹ ਰੈਜ਼ੀਡੈਂਟ ਆਊਟਸਾਈਡ ਇੰਡੀਆ। ਹੁਣ ਜਿਵੇਂ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਲੋਕ ਕਹਿੰਦੇ ਨੇ ਮੈਂ PR ਲੈ ਲਈ, ਪਰਮਾਨੈਂਟ ਰੈਜ਼ੀਡੈਂਟ ਹੋ ਗਿਆ, ਭਾਵ ਉਹ ਇੰਡੀਅਨ ਸਿਟੀਜ਼ਨ ਨੇ, ਉਹ ਪਾਸਪੋਰਟ ਇੰਡੀਆ ਦਾ ਹੋਲਡ ਕਰਦੇ ਨੇ ਪਰ ਉਹ ਰੈਜ਼ੀਡੈਂਟ ਇੱਕ ਦੂਸਰੇ ਕੰਟਰੀ ਦੇ ਹੋ ਗਏ। ਇਸੇ ਤਰ੍ਹਾਂ ਹੀ ਜਿਹੜੇ PIO ਨੇ ਪਰਸਨਸ ਆਫ ਇੰਡੀਅਨ ਓਰੀਜਨ, ਉਹ ਉਸ ਦੀ ਡੈਫੀਨੇਸ਼ਨ ਕੀ ਹੈ ਕਿ ਉਹ ਇੰਡੀਅਨ ਸਿਟੀਜ਼ਨ ਨੇ ਜਾਂ ਨਹੀਂ, ਉਹ ਕਦੇ ਇੰਡੀਅਨ ਸਿਟੀਜ਼ਨ ਰਹੇ ਹੋਣ ਪਰ ਉਹਦੀ ਕੰਡੀਸ਼ਨ ਕੀ ਹੈ, ਉਹ ਨਾ ਤਾਂ ਕਦੇ ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ, ਨੇਪਾਲ, ਚਾਈਨਾ, ਈਰਾਨ ਜਾਂ ਭੂਟਾਨ ਇਹਨਾਂ ਦੇਸ਼ਾਂ ਦੇ ਸਿਟੀਜ਼ਨ ਨਹੀਂ ਹੋਣੇ ਚਾਹੀਦੇ। ਪਹਿਲੀ ਗੱਲ ਤਾਂ ਇੱਕ ਇਨਸਾਨ ਜਿਹੜਾ ਇਹਨਾਂ ਦੇਸ਼ਾਂ ਦਾ ਸਿਟੀਜ਼ਨ ਹੈ ਉਹ PIO ਨਹੀਂ ਹੋ ਸਕਦਾ। ਦੂਸਰੀ ਕੰਡੀਸ਼ਨ, ਉਹ ਕਿਸੇ ਵੀ ਸਮੇਂ ਇੰਡੀਅਨ ਪਾਸਪੋਰਟ ਹੋਲਡ ਕੀਤਾ ਹੋਇਆ ਹੋਣਾ ਚਾਹੀਦਾ ਜਾਂ ਉਸ ਦੇ ਫਾਦਰ, ਉਸ ਦੇ ਮਦਰ ਜਾਂ ਉਸ ਦਾ ਦਾਦਾ ਜਾਂ ਉਸ ਦੀ ਦਾਦੀ ਕਿਸੇ ਵੀ ਸਮੇਂ ਭਾਰਤ ਦੇ ਨਾਗਰਿਕ ਹੋਣੇ ਚਾਹੀਦੇ ਨੇ, ਚਾਹੇ ਉਹ ਭਾਰਤ ਦੇ ਸੰਵਿਧਾਨ ਅਨੁਸਾਰ ਜਾਂ ਇੰਡੀਅਨ ਸਿਟੀਜ਼ਨਸ਼ਿਪ ਐਕਟ ਦੇ ਅਨੁਸਾਰ। ਜੇ ਉਹ ਇਹ ਕੰਡੀਸ਼ਨ ਫੁੱਲਫਿਲ ਕਰਦੇ ਨੇ ਤਾਂ ਉਹ PIO ਨੇ, ਪਰਸਨਸ ਆਫ ਇੰਡੀਅਨ ਓਰੀਜਨ। ਹੁਣ ਆ ਗਈ ਗੱਲ ਕਿ ਉਹ ਕਿਹੜੀ ਜ਼ਮੀਨ ਅਕਵਾਇਰ ਕਰ ਸਕਦੇ ਨੇ। NRI ਜਿਹੜਾ ਹੈ ਉਹ ਕਿਸੇ ਵੀ ਤਰ੍ਹਾਂ ਦੀ ਅਚਲ ਜ਼ਮੀਨ ਭਾਵ ਇਮੂਵੇਬਲ ਪ੍ਰਾਪਰਟੀ ਉਹ ਇੰਡੀਆ ਦੇ ਵਿੱਚ ਖਰੀਦ ਸਕਦਾ, ਪਰ ਉਹਦੇ ਵਿੱਚ 3 ਐਕਸੈਪਸ਼ਨ ਨੇ। ਕਿਹੜੀਆਂ? ਐਗਰੀਕਲਚਰ ਲੈਂਡ, ਪਲਾਂਟੇਸ਼ਨ ਲੈਂਡ ਤੇ ਫਾਰਮ ਹਾਊਸ। ਇਹ ਜ਼ਮੀਨਾਂ ਉਹ ਨਹੀਂ ਖਰੀਦ ਸਕਦਾ। ਦੂਸਰਾ PIO ਜਿਹੜਾ ਉਸ ਦੇ ਲਈ ਵੀ ਸੇਮ ਚੀਜ਼ ਹੈ ਕਿ ਉਹ ਕੋਈ ਵੀ ਇਮੂਵੇਬਲ ਭਾਵ ਅਚਲ ਜ਼ਮੀਨ ਇੰਡੀਆ ਦੇ ਵਿੱਚ ਖਰੀਦ ਸਕਦਾ, ਪਰ ਕੰਡੀਸ਼ਨ ਕੀ ਹੈ? ਨੰਬਰ 1, ਉਹ ਐਗਰੀਕਲਚਰ ਲੈਂਡ ਨਹੀਂ ਹੋਣੀ ਚਾਹੀਦੀ, ਐਗਰੀਕਲਚਰ ਪ੍ਰਾਪਰਟੀ ਨਹੀਂ ਹੋਣੀ ਚਾਹੀਦੀ। ਦੂਸਰਾ ਪਲਾਂਟੇਸ਼ਨ ਪ੍ਰਾਪਰਟੀ ਨਹੀਂ ਹੋਣੀ ਚਾਹੀਦੀ। ਤੀਸਰਾ ਫਾਰਮ ਹਾਊਸ ਇਨ ਇੰਡੀਆ ਨਹੀਂ ਹੋਣਾ ਚਾਹੀਦਾ। ਭਾਵ ਨਾਨ ਰੈਜ਼ੀਡੈਂਟ ਇੰਡੀਅਨ ਔਰ PIO ਕਿਸੇ ਵੀ ਤਰ੍ਹਾਂ ਦੀ ਅਚਲ ਜ਼ਮੀਨ ਇੰਡੀਆ ਦੇ ਵਿੱਚ ਖਰੀਦ ਸਕਦੇ ਨੇ, ਪਰ 3 ਪ੍ਰਾਪਰਟੀ ਜਿਹੜੀਆਂ ਉਹ ਨਹੀਂ ਖਰੀਦ ਸਕਦੇ। ਉਹ ਕਿਹੜੀਆਂ ਨੇ? ਐਗਰੀਕਲਚਰ ਪ੍ਰਾਪਰਟੀ, ਪਲਾਂਟੇਸ਼ਨ ਪ੍ਰਾਪਰਟੀ ਔਰ ਫਾਰਮ ਹਾਊਸ। ਮੈਂ ਇਹ ਕਿਸ ਬੇਸ ਤੇ ਕਹਿ ਰਿਹਾ? ਇਹ ਇੱਕ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਮਾਸਟਰ ਸਰਕੂਲਰ ਲੇਟੈਸਟ ਜਿਹੜਾ ਉਹ ਇਸ਼ੂ ਕੀਤਾ ਗਿਆ 1 ਜੁਲਾਈ 2015 ਨੂੰ। ਮੇਰੀ ਇਨਫੋਰਮੇਸ਼ਨ ਮੁਤਾਬਕ ਇਸ ਸਰਕੂਲਰ ਦੇ ਇਸ਼ੂ ਹੋਣ ਤੋਂ ਬਾਅਦ ਹਜੇ ਨਵਾਂ ਕੋਈ ਸਰਕੂਲਰ ਨਹੀਂ ਆਇਆ। ਮੈਂ ਗਲਤ ਵੀ ਹੋ ਸਕਦਾ, ਤੁਸੀਂ ਆਪਣੇ ਲੈਵਲ ਤੇ ਸਰਚ ਕਰ ਲੈਣਾ। ਮੈਂ ਇਸ ਸਰਕੂਲਰ ਦਾ ਡਿਸਕ੍ਰਿਪਸ਼ਨ ਜਿਹੜਾ ਬਾਕਸ ਦੇ ਵਿੱਚ ਲਿੰਕ ਦਿੱਤਾ ਹੋਇਆ। ਹੁਣ ਟ੍ਰਾਂਸਫਰ ਕਰਨੀ ਹੈ, ਭਾਵ ਇੱਕ NRI ਜਾਂ PIO ਕੋਲ ਪ੍ਰਾਪਰਟੀ ਹੈਗੀ ਹੈ, ਅਚਲ ਜ਼ਮੀਨ ਹੈਗੀ ਹੈ, ਤਾਂ ਉਹ ਕਿਸ ਨੂੰ ਵੇਚ ਸਕਦਾ? ਮੈਂ ਤੁਹਾਡੇ ਲਈ ਨਾ ਉਹ ਪਰਟੀਕੂਲਰ ਲੈਂਗੁਏਜ ਜਿਹੜੀ ਮਾਸਟਰ ਸਰਕੂਲਰ 'ਚ ਯੂਜ਼ ਕੀਤੀ ਹੋਈ ਉਹ ਪੜ੍ਹ ਦਿੰਦਾ ਤਾਂ ਕਿ ਤੁਸੀਂ ਹੋਰ ਵੀ ਜ਼ਿਆਦਾ ਕਲੈਰਿਟੀ ਨਾਲ ਉਸ ਨੂੰ ਸਮਝ ਪਾਓ। ਹੁਣ NRI ਜਿਹੜਾ ਉਹ ਕਿਹੜੀ ਜ਼ਮੀਨ ਟ੍ਰਾਂਸਫਰ ਕਰ ਸਕਦਾ ਹੈ? ਉਹ ਲਿਖਿਆ ਹੋਇਆ ਇਹ NRI may transfer any immovable property in India to a person resident in India। ਭਾਵ
ਉਹ ਟ੍ਰਾਂਸਫਰ ਕਰ ਸਕਦਾ ਹੈ ਪ੍ਰੋਪਰਟੀ ਕੋਈ ਵੀ ਜਿਹੜੀ ਅਚਲ ਜ਼ਮੀਨ ਹੈ ਟੂ ਏ ਪਰਸਨ ਹੂ ਇਜ਼ ਰੈਜ਼ੀਡੈਂਟ ਇਨ ਇੰਡੀਆ। ਫਰਦਰ ਕੀ ਕਹਿੰਦਾ ਹੈ, ਹੀ ਮੇ ਟ੍ਰਾਂਸਫਰ ਐਨੀ ਇਮੂਵੇਬਲ ਪ੍ਰੋਪਰਟੀ ਅਦਰ ਦੈਨ ਐਗਰੀਕਲਚਰ ਲੈਂਡ, plantation property or farmhouse to any Indian citizen resident outside India or a PIO resident outside India। ਭਾਵ ਜੇ ਇਹ ਤਿੰਨ ਤਰ੍ਹਾਂ ਦੀ ਪ੍ਰਾਪਰਟੀ ਨਹੀਂ ਹੈਗੀ, ਕੋਈ ਹੋਰ ਪ੍ਰਾਪਰਟੀ ਹੈ, ਤਾਂ ਉਹ ਕਿਸੇ ਵੀ ਇੰਡੀਅਨ ਸਿਟੀਜ਼ਨ ਨੂੰ ਜਿਹੜਾ ਰੈਜ਼ੀਡੈਂਟ ਆਊਟਸਾਈਡ ਹੈ ਜਾਂ PIO ਹੈ ਉਸ ਨੂੰ ਵੀ ਵੇਚ ਸਕਦਾ ਹੈ। ਹੁਣ ਆਪਾਂ ਚੱਲਦੇ ਹਾਂ ਕਿ PIO ਉਹ ਕਿਹਨੂੰ ਪ੍ਰਾਪਰਟੀ ਟ੍ਰਾਂਸਫਰ ਕਰ ਸਕਦਾ ਹੈ। ਇਹ ਇਸ ਦੇ ਵਿੱਚ ਬਹੁਤ ਜ਼ਿਆਦਾ ਝੋਲ ਹੈ, ਡਿਫਰੈਂਟ ਹੈ। ਮੈਂ ਫਿਰ ਤੁਹਾਡੇ ਲਈ, ਤੁਹਾਡੀ ਕਨਵੀਨੀਅੰਸ ਲਈ, ਤੁਹਾਡੀ ਅੰਡਰਸਟੈਂਡਿੰਗ ਲਈ ਮੈਂ ਪੂਰਾ ਪਰਟੀਕੂਲਰ ਉਹ ਪ੍ਰੋਵੀਜ਼ਨ ਹੈ ਜਿਹੜਾ ਮਾਸਟਰ ਸਰਕੂਲਰ ਦਾ ਉਹ ਪੜ੍ਹਨ ਜਾ ਰਿਹਾ। ਟ੍ਰਾਂਸਫਰ ਆਫ ਇਮੂਵੇਬਲ ਪ੍ਰੋਪਰਟੀ, ਏ PIO ਕੈਨ ਟ੍ਰਾਂਸਫਰ ਐਨੀ ਇਮੂਵੇਬਲ ਪ੍ਰੋਪਰਟੀ ਇਨ ਇੰਡੀਆ ਅਦਰ ਦੈਨ ਐਗਰੀਕਲਚਰ ਲੈਂਡ, ਫਾਰਮ ਹਾਊਸ, plantation property by way of sale to a person resident in India। ਭਾਵ ਉਹ ਸੇਲ ਕਰ ਸਕਦਾ ਹੈ ਕੋਈ ਵੀ ਅਚਲ ਜ਼ਮੀਨ ਇੰਡੀਅਨ ਰੈਜ਼ੀਡੈਂਟ ਨੂੰ, ਪਰ ਉਹ ਤਿੰਨ ਪ੍ਰਾਪਰਟੀਆਂ ਨਹੀਂ ਸੇਲ ਕਰ ਸਕਦਾ। ਫਰਦਰ ਇਟ ਸੇਜ਼ ਹੀ ਮੇ ਟ੍ਰਾਂਸਫਰ, ਹੁਣ ਉਹ ਐਗਰੀਕਲਚਰ ਲੈਂਡ ਬਾਰੇ ਵੀ ਗੱਲ ਕਰ ਰਿਹਾ, ਹੀ ਮੇ ਟ੍ਰਾਂਸਫਰ ਐਗਰੀਕਲਚਰ ਲੈਂਡ, ਫਾਰਮ ਹਾਊਸ, plantation property in India by way of ਕਿਵੇਂ, ਗਿਫਟ ਔਰ ਸੇਲ ਟੂ ਅ ਪਰਸਨ ਰੈਜ਼ੀਡੈਂਟ ਇਨ ਇੰਡੀਆ। ਕੰਡੀਸ਼ਨ ਕੀ ਲਾਤੀ, ਹੁਣ ਇਹ ਤਿੰਨ ਤਰ੍ਹਾਂ ਦੀਆਂ ਪ੍ਰਾਪਰਟੀਆਂ ਤਾਂ ਟ੍ਰਾਂਸਫਰ ਕਰ ਸਕਦਾ ਹੈ, ਪਰ ਕਿਵੇਂ, ਬਾਈ ਵੇ ਆਫ ਗਿਫਟ ਔਰ ਸੇਲ ਟੂ ਅ ਪਰਸਨ ਰੈਜ਼ੀਡੈਂਟ ਇਨ ਇੰਡੀਆ ਹੂ ਇਜ਼ ਸਿਟੀਜ਼ਨ ਆਫ ਇੰਡੀਆ ਆਲਸੋ। ਸੋ ਇੱਕ ਸਿਟੀਜ਼ਨ ਔਰ ਰੈਜ਼ੀਡੈਂਟ ਬੋਥ ਹੋਣੇ ਚਾਹੀਦੇ ਨੇ, ਤਾਂ ਉਹਨੂੰ ਇਹ ਟ੍ਰਾਂਸਫਰ ਕਰ ਸਕਦਾ ਬਾਈ ਵੇ ਆਫ ਸੇਲ ਔਰ ਗਿਫਟ। ਇਟ ਫਰਦਰ ਸੇਜ਼ he may also transfer residential or commercial property in India by way of gift to a person a resident in India or to a person a resident outside India who is a citizen of India or to a person of Indian origin resident outside India। So a PIO can transfer the property, both immovable property without those three properties, and those three properties can also be transferred by PIO under certain conditions। ਮੈਂ ਤੁਹਾਡੇ ਨਾਲ ਉਹ ਸਾਰੀਆਂ ਸ਼ੇਅਰ ਕਰ ਦਿੱਤੀਆਂ ਨੇ, ਤੁਹਾਡੇ ਨਾਲ ਉਹ ਸਾਰੀ ਪ੍ਰੋਵੀਜ਼ਨ, ਰੈਲੇਵੈਂਟ ਪ੍ਰੋਵੀਜ਼ਨ ਜਿਹੜੀ ਹੈ ਉਹ ਮੈਂ ਪੜ੍ਹ ਕੇ ਸੁਣਾ ਦਿੱਤੀ ਹੈ। ਤੁਸੀਂ ਇਹਨੂੰ ਜੇ ਅੰਡਰਸਟੈਂਡ ਦੁਬਾਰਾ ਵੀ ਕਰਨਾ ਹੋਏਗਾ ਤਾਂ ਤੁਸੀਂ ਇਹਨੂੰ ਸਲੋ ਮੋਸ਼ਨ ਤੇ ਵੀ ਦੁਬਾਰਾ ਦੇਖ ਕੇ ਅੰਡਰਸਟੈਂਡ ਕਰ ਸਕਦੇ ਹੋ। ਹੁਣ ਆ ਗਈ ਦੂਸਰੀ ਮੇਨ ਗੱਲ ਕਿ ਜਿਹੜੀਆਂ ਇਹ ਪੇਮੈਂਟ, ਦੋ ਤਰ੍ਹਾਂ ਦੀਆਂ ਪੇਮੈਂਟ ਹੋ ਗਈਆਂ। ਜਦੋਂ ਪ੍ਰਾਪਰਟੀ ਖਰੀਦਣੀ ਹੈ ਉਸ ਟਾਈਮ ਕਿਵੇਂ ਪੇਮੈਂਟ ਲਾਣੀ ਹੈ, ਔਰ ਜਦੋਂ ਪ੍ਰਾਪਰਟੀ ਵੇਚਤੀ, ਟ੍ਰਾਂਸਫਰ ਕਰ ਦਿੱਤੀ, ਤਾਂ ਉਹ ਪੇਮੈਂਟ ਉਹ ਆਪਣੇ ਫੋਰਨ ਕੰਟਰੀ ਦੇ ਵਿੱਚ ਕਿਵੇਂ ਲੈ ਕੇ ਜਾਣੀ ਹੈ, ਇਸ ਬਾਰੇ ਮੈਂ ਨੈਕਸਟ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗਾ। ਥੈਂਕ ਯੂ ਵੈਰੀ ਮਚ, ਗੋਡ ਬਲੈਸ ਯੂ।